ਧਰਮ ਦਾ ਓਟ ਆਸਰਾ ਲੈ ਕੇ ਪੀਟੀਸੀ ਨੇ ਆਪ ਜਿਹੜੀਆਂ ਬੇਹੁਦਰੀਆਂ ਕੀਤੀਆਂ ਨੇ। ਸ਼੍ਰੋਮਣੀ ਕਮੇਟੀ ਨੇ ਮਤਾ ਬਿਆ ਲਿਆ ਸੀਗਾ ਤੇ ਅਕਾਲੀ ਦਲ ਖੁਦ ਕਹਿ ਰਿਹਾ ਸੀ ਟੀਵੀ ਚੈਨਲ ਖੜਾ ਕਰਾਂਗੇ ਸਿੱਖਾਂ ਦਾ ਆਪਦਾ, ਤਾਂ ਉਹ ਖੜਾ ਹੋਣ 'ਚ ਰੋਕਿਆ ਗਿਆ। ਸ਼੍ਰੋਮਣੀ ਕਮੇਟੀ 16 ਸਾਲਾਂ ਬਾਅਦ ਜਾਂ 20 ਸਾਲਾਂ ਬਾਅਦ ਵੀ ਕਹਿ ਰਹੀ ਹੈ ਕਿ ਸਾਨੂੰ ਪਤਾ ਹੀ ਨਹੀਂ ਕਿ ਚੈਨਲ ਕਿਵੇਂ ਖੜਾ ਹੋਣਾ। ਅੱਜ ਆਪਾਂ ਐਲਾਨ ਕਰਦੇ ਹਾਂ, ਆਪਾਂ 1 ਕਰੋੜ ਰੁਪਏ ਦਾ ਇਨਾਮ ਦੇਵਾਂਗੇ ਜਿਹੜਾ ਕੋਈ ਬਿੱਲ ਲਿਆ ਦੇਵੇ ਪੂਰੇ ਭਾਰਤ ਵਰਸ਼ ਵਿੱਚ ਕਿਤਿਓਂ ਵੀ ਕਿ ਉਹਨਾਂ ਨੂੰ 1 ਰੁਪਏ ਦਾ ਵੀ ਰਕਮ ਅਦਾ ਕਰਨੀ ਪੈਂਦੀ ਹੈ ਪੀਟੀਸੀ ਜਾਂ ਗੁਰਬਾਣੀ ਵੇਖਣ ਲਈ। 1 ਕਰੋੜ ਦਾ ਇਨਾਮ। ਇਹ ਉਹ ਲੇਖਾ ਹੈ ਜੋ ਅੱਜ ਤੋਂ 3 ਸਾਲ ਪਹਿਲਾਂ, ਸਵਾ 3 ਸਾਲ ਪਹਿਲਾਂ ਤਿਆਰ ਹੋ ਗਿਆ ਸੀ। 17 ਜਨਵਰੀ 2020 ਨੂੰ ਇੱਕ ਸੰਗਤ ਦੇ ਆਧਾਰਿਤ ਜਾਂਚ ਜੱਥਾ ਕਾਇਮ ਕੀਤਾ ਜਾਂਦਾ ਹੈ। ਆਮ ਐਜੂਕੇਸ਼ਨ ਵਾਲਾ ਬੰਦਾ ਅੱਜ 2 ਕਰੋੜ 2.5 ਕਰੋੜ ਤਨਖਾਹ ਲੈ ਰਿਹਾ ਹੈ, ਉਹ ਇੱਕੋ ਪ੍ਰੋਡਕਟ ਦੇ ਉੱਤੇ ਲੈ ਰਿਹਾ। ਉਹਨੂੰ ਮਤਲਬ ਜੋ ਐਕਚੁਅਲੀ ਕੇਪੇਬਲ ਹੁੰਦਾ ਤਾਂ ਉਹ ਕਿਸੇ ਨਾ ਕਿਸੇ 2 ਆਰਗੇਨਾਈਜੇਸ਼ਨਸ ਦੇ ਵਿੱਚ ਗਰੋ ਕਰਕੇ ਗਿਆ ਹੁੰਦਾ। ਅਨਐਥੀਕਲ ਆਦਮੀ ਆ, 2 ਆਰਗੇਨਾਈਜੇਸ਼ਨਸ ਇੱਕੋ ਟਾਈਮ ਤੇ ਕੰਮ ਕਰ ਰਿਹਾ, ਉਹ ਪੇਪਰਸ ਸ਼ੋ ਕਰ ਰਹੇ ਆ। ਮਤਲਬ ਉਹ ਬੰਦੇ ਦਾ ਕੀ ਉਹਦੀ ਜ਼ੁਬਾਨ ਆ, ਕੀ ਉਹਦਾ ਲੈਵਲ। ਇਹ ਮੈਂ ਤੁਹਾਨੂੰ ਪ੍ਰੂਫ ਦਿਖਾਵਾਂ। ਇਹ ਐਸਜੀਪੀਸੀ ਨੂੰ ਆਪਾਂ ਭੇਜਿਆ ਸੀ 550 ਸਾਲਾ ਸਮਾਗਮ ਦਾ ਲਾਈਵ ਟੈਲੀਕਾਸਟ 24 ਘੰਟੇ ਜਿਹੜਾ ਚੱਲਦਾ ਸੀ 3 ਦਿਨ। 93 ਲੱਖ ਦਾ ਬਿੱਲ ਸੀ। ਆਪਾਂ ਕਿਹਾ ਆਪਾਂ ਕੋਈ ਮਾਇਆ ਨਹੀਂ ਲੈਣੀ। ਇਹ ਧੰਨਵਾਦ ਲੈਟਰ ਨੇ ਉਹਨਾਂ ਦਾ। ਉਹ ਕਹਿੰਦੇ ਅਸੀਂ ਕੁਝ ਲੈਂਦੇ ਨਹੀਂ, ਐਸਜੀਪੀਸੀ ਨੂੰ 2 ਕਰੋੜ ਸਾਲ ਦਾ ਦਿੰਦੇ ਹਾਂ ਅਸੀਂ ਐਸਜੀਪੀਸੀ ਨੂੰ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ। ਉਹ ਉਸ ਬੰਦੇ ਦੀ ਕੋਈ ਵੈਲਿਊ ਨਹੀਂ ਗਿਣੀ ਜਾਂਦੀ ਜਾਂ ਉਹਦੀ ਕੋਈ ਜ਼ੁਬਾਨ ਨਹੀਂ ਗਿਣੀ ਜਾਂਦੀ ਜਿਹੜਾ ਇੱਕੋ ਟਾਈਮ ਤੇ 2 ਕੰਪੀਟਿੰਗ ਆਰਗੇਨਾਈਜੇਸ਼ਨਸ 'ਚ ਕੰਮ ਕਰ ਜਾਏ। ਇਹ ਢੇਰ ਹੈ ਸਾਡੇ ਕੋਲ ਜਿਹੜੇ ਆਪਾਂ ਸਮਾਗਮ ਕਵਰ ਕਰਦੇ ਹਾਂ। ਉਹਨਾਂ ਦਾ ਹਫਤਾਵਾਰ ਇੱਕ ਸਲੋਟ 에ਅਰ ਕਰਦੇ ਹਾਂ ਜਿਹਦੇ ਵਿੱਚ ਐਸਜੀਪੀਸੀ ਦੀ ਗਤੀਵਿਧੀਆਂ ਦਿਖਾਈ ਜਾਂਦੀਆਂ। ਗੁਰਬਾਣੀ ਦੇ ਉੱਤੇ ਸਾਡੀ ਇਜਾਰੇਦਾਰੀ ਆ। ਇਜਾਰੇਦਾਰੀ ਤੇ ਬਾਅਦ 'ਚ ਰਵਿੰਦਰ ਨਾਰਾਇਣ ਕਹਿੰਦੇ ਵੀ ਸਾਡਾ ਐਬਸਲੂਟ ਤੇ ਐਕਸਕਲੂਸਿਵ ਰਾਈਟ ਆ। ਤਾਂ ਐਬਸਲੂਟ ਤੇ ਐਕਸਕਲੂਸਿਵ ਰਾਈਟ ਕਿਵੇਂ ਹੋ ਸਕਦਾ ਗੁਰਬਾਣੀ ਦੇ? ਜੇ ਤੁਸੀਂ ਦੂਜੇ ਪ੍ਰੋਗਰਾਮ ਦੇਖਣੇ ਐਂਟਰਟੇਨਮੈਂਟ ਦੇ ਤਾਂ ਸਬਸਕ੍ਰਿਪਸ਼ਨ ਲੈਣੀ ਹੈ। ਮੈਂ ਤੁਹਾਨੂੰ ਦਿਖਾਈ ਦਿੰਦਾ। ਇਹ ਪੀਟੀਸੀ ਪਲੇ ਐਪ ਹੈ। ਇਹ ਤੁਸੀਂ ਖੋਲੋਗੇ, ਹਾਂ ਖੁੱਲ ਗਈ। ਇੱਥੇ ਲਿਖਿਆ ਗੁਰਬਾਣੀ। ਇਹ ਗੁਰਬਾਣੀ ਤੇ ਆਏ ਤੁਸੀਂ, ਇਹ ਤੁਸੀਂ ਗੁਰਬਾਣੀ ਸ਼ੁਰੂ ਕੀਤੀ, ਇਹ ਸ਼ੁਰੂ ਹੋ ਗਈ। ਆਰਥਿਕ ਤੇ ਪੋਲੀਟੀਕਲ ਲਾਹਾ ਦੋਵੇਂ ਲੈ ਰਹੇ ਹੈਗੇ ਆ ਤੇ ਉਹਨਾਂ ਵਾਸਤੇ ਬਹੁਤ ਇੰਪੋਰਟੈਂਟ। ਸੈਕੰਡਲੀ ਤੁਸੀਂ ਉਹਦੀ ਵੈਬਸਾਈਟ ਤੇ ਅੱਜ ਤੋਂ 2 ਸਾਲ 3 ਸਾਲ ਪਹਿਲਾਂ ਜਾਂਦੇ ਉਹ ਕਹਿੰਦੇ ਹੁੰਦੇ ਸੀ ਕਿ ਗੁਰਬਾਣੀ ਪ੍ਰਸੰਨ ਸਾਡੀ ਯੂਐਸਪੀ ਯੂਨੀਕ ਸੈਲਿੰਗ ਪ੍ਰੋਪੋਜੀਸ਼ਨ। ਹਾਲਾਂਕਿ ਇਹ ਵਰਡ ਵਰਤਣੇ ਨਹੀਂ ਚਾਹੀਦੇ ਗੁਰਬਾਣੀ ਵਾਸਤੇ। ਤੋਂ ਡੀਡੀ ਡਾਇਰੈਕਟ ਤੇ ਉਹ ਨਹੀਂ ਦਿੰਦੇ ਸੀਗੇ ਤੇ ਸਿਰਫ ਤੁਹਾਨੂੰ ਫਾਸਟ ਵੇ ਵਰਗਿਆਂ ਤੇ ਇੱਕ ਅੱਧੇ ਤੇ ਮਿਲਦਾ ਸੀ, ਉਹ ਹੀ ਲਵਾਉਣਾ ਪੈਂਦਾ ਸੀ ਤੁਹਾਨੂੰ। ਤੇ ਇਸ ਤਰੀਕੇ ਦਾ ਉਹਨਾਂ ਨੇ ਗਲਬਾ ਪਾਇਆ ਹੋਇਆ ਸੀਗਾ ਤੇ ਉਹ ਫੀਲਿੰਗ ਕਿਤੇ ਹਰਟ ਹੈ ਸਿੱਖਾਂ ਦੀ, ਜਿਹੜੀ ਗੱਲ ਨੂੰ ਕਾਂਗਰਸ ਵੀ ਸਮਝਦੀ ਸੀਗੀ ਤੇ ਮਾਨ ਸਾਹਿਬ ਨੇ ਵੀ ਸਮਝਿਆ ਤੇ ਉਹਨਾਂ ਨੇ ਇਹ ਐਕਸ਼ਨ ਕੀਤਾ। ਆਪਣਾ ਜਿਹੜਾ ਪੀਟੀਸੀ ਆ ਇਹ ਬਹੁਤ ਸਟਰੋਂਗ ਵਾਹੀਕਲ ਹੈਗਾ, ਪੋਲੀਟੀਕਲ ਵਾਹੀਕਲ ਆ ਸੁਖਬੀਰ ਸਿੰਘ ਬਾਦਲ ਦਾ ਜਾਂ ਉਹਨਾਂ ਦੇ ਪਰਿਵਾਰ ਦਾ, ਤਾਂ ਉਹਨੂੰ ਵੀ ਇੱਕ ਝਟਕਾ ਵੱਜਦਾ। ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦਾ ਸੱਚੋ ਸੱਚ, ਗੁਰਬਾਣੀ ਪ੍ਰਵਾਹ ਦੇ ਪ੍ਰਸਾਰਣ ਬਾਰੇ ਬੇਨੀਮੀਆਂ ਤੇ ਉਲੰਘਣਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ, ਗੁਰਬਾਣੀ ਪ੍ਰਸਾਦ ਦੇ ਪ੍ਰਸਾਰਣ ਉੱਤੇ ਪੀਟੀਸੀ ਨੈੱਟਵਰਕ ਦੀ ਅਜ਼ਾਰੇਦਾਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੀਟੀਸੀ ਨੈੱਟਵਰਕ ਵੱਲੋਂ ਕੀਤੀਆਂ ਆਪਹੁਦਰੀਆਂ ਅਤੇ ਬੇਅਦਬੀ ਅਤੇ ਅਗਲੇਰੇ ਸੰਗਤੀ ਪ੍ਰਬੰਧ ਬਾਬਤ ਸਿੱਖ ਸੰਗਤ ਦੇ ਸਨਮੁਖ ਪੇਸ਼ ਕੀਤਾ ਗਿਆ ਲੇਖਾ। ਇਹ ਉਹ ਲੇਖਾ ਹੈ ਜੋ ਅੱਜ ਤੋਂ 3 ਸਾਲ ਪਹਿਲਾਂ, ਸਵਾ 3 ਸਾਲ ਪਹਿਲਾਂ ਤਿਆਰ ਹੋ ਗਿਆ ਸੀ। 17 ਜਨਵਰੀ 2020 ਨੂੰ ਇੱਕ ਸੰਗਤ ਦੇ ਆਧਾਰਿਤ ਜਾਂਚ ਜੱਥਾ ਕਾਇਮ ਕੀਤਾ ਜਾਂਦਾ ਹੈ। ਉਹਦੇ ਮੈਂਬਰ ਨੇ ਅਜੇਪਾਲ ਸਿੰਘ ਬਰਾੜ ਇਸ ਕਰਕੇ ਬੜੇ ਮਹੱਤਵਪੂਰਨ ਨੇ ਕਿਉਂਕਿ ਇਹ ਰਿਪੋਰਟ ਤਿਆਰ ਕਰਨ ਵੇਲੇ ਜਿਹੜੇ 5 ਸੀਗੇ ਮੈਂਬਰੀ ਕਮੇਟੀ ਵਿੱਚੋਂ ਇੱਕ ਪ੍ਰਮੁੱਖ ਹੈਗੇ ਨੇ। ਸੋ ਬਰਾੜ ਸਾਹਿਬ, 2.5 ਦਹਾਕੇ ਪਹਿਲਾਂ ਇਹ ਸਿਲਸਿਲਾ ਸ਼ੁਰੂ ਹੁੰਦਾ ਜਦੋਂ ਈਟੀਸੀ ਚੈਨਲ ਆਇਆ ਸੀਗਾ। ਉਸ ਤੋਂ ਬਾਅਦ ਉਹ ਚੈਨਲ ਕੁਛ ਚਿਰ ਚਲਾਉਂਦਾ ਗੁਰਬਾਣੀ ਦਰਬਾਰ ਸਾਹਿਬ ਤੋਂ, ਫਿਰ ਨਹੀਂ ਚਲਾ ਪਾਇਆ, ਫਿਰ ਵੱਧਦੇ 2007 ਆ ਗਿਆ, ਫਿਰ ਪੀਟੀਸੀ ਲੈ ਗਿਆ। ਪੀਟੀਸੀ ਨੂੰ 16-17 ਸਾਲ ਹੋ ਗਏ ਚਲਾਉਂਦੇ ਨੂੰ। ਕਿੰਨੀ ਕੁ ਆਪਾਂ ਕਹੀਏ ਬਈ ਧਰਮ ਦਾ ਓਟ ਆਸਰਾ ਲੈ ਕੇ ਪੀਟੀਸੀ ਨੇ ਆਪ ਜਿਹੜੀਆਂ ਬੇਹੁਦਰੀਆਂ ਕੀਤੀਆਂ ਨੇ? ਦੇਖੋ ਜੀ, ਆਪਾਂ ਜਿਵੇਂ ਰਿਪੋਰਟ ਦੀ ਗੱਲ ਕੀਤੀ ਉਹਦੇ ਵਿੱਚ ਆਪਾਂ ਬੜਾ ਕਲੀਅਰਲੀ ਦੱਸਿਆ ਕਿ ਵੀ ਕਿਸ ਤਰੀਕੇ ਨਾਲ ਧੱਕੇ ਨਾਲ ਮਤਲਬ ਵਿਦਆਊਟ ਐਨੀ ਕੰਪੀਟੀਸ਼ਨ ਇਹਨਾਂ ਨੇ ਲੈਣ ਦੀ ਕੋਸ਼ਿਸ਼ ਕੀਤੀ। ਪਹਿਲੀ ਗੱਲ ਤਾਂ ਇਹ ਹੈ ਕਿ ਸਭ ਤੋਂ ਮੇਨ ਗੱਲ ਤਾਂ ਇਹ ਹੈ ਕਿ ਜੋ ਸ਼੍ਰੋਮਣੀ ਕਮੇਟੀ ਨੇ ਮਤਾ ਬਿਆ ਲਿਆ ਸੀਗਾ ਤੇ ਅਕਾਲੀ ਦਲ ਖੁਦ ਕਹਿ ਰਿਹਾ ਸੀ ਟੀਵੀ ਚੈਨਲ ਖੜਾ ਕਰਾਂਗੇ ਸਿੱਖਾਂ ਦਾ ਆਪਦਾ, ਤਾਂ ਉਹ ਖੜਾ ਹੋਣ 'ਚ ਰੋਕਿਆ ਗਿਆ। ਅੱਜ ਅਸੀਂ ਉਸ ਪੋਜੀਸ਼ਨ 'ਚ ਕਿਸੇ ਇੱਕ ਸ਼੍ਰੋਮਣੀ ਕਮੇਟੀ 16 ਸਾਲਾਂ ਬਾਅਦ ਜਾਂ 20 ਸਾਲਾਂ ਬਾਅਦ ਵੀ ਕਹਿ ਰਹੀ ਹੈ ਕਿ ਸਾਨੂੰ ਪਤਾ ਹੀ ਨਹੀਂ ਕਿ ਚੈਨਲ ਕਿਵੇਂ ਖੜਾ ਹੋਣਾ। ਠੀਕ ਹੈ ਨਾ? ਹਾਲਾਂਕਿ 2002 ਸਭ ਤੋਂ ਪਹਿਲਾਂ ਕਿਹਾ ਸੀ ਐਸਜੀਪੀਸੀ ਨੇ ਆਪਣੀ ਚੈਨਲ ਚਲਾਵਾਂਗੇ ਅਸੀਂ। ਹੁਣ ਇਹ ਹਾਲਾਤ 'ਚ ਖੜੇ ਹਾਂ ਅੱਜ ਅਸੀਂ। ਤੇ ਦੂਸਰੀ ਗੱਲ, ਇੱਕ
ਤਾਂ ਇਹ ਨੁਕਸਾਨ ਆ ਉਸ ਸਮੇਂ ਜੋ ਉਹਨਾਂ ਵਿੱਚ ਘੰਟਿਆਂ ਦੇ ਵਿੱਚ ਪ੍ਰਚਾਰ ਹੋ ਸਕਦਾ ਜਾਂ ਉਹਦੀਆਂ ਕਥਾਵਾਂ ਸੁਣਾਈਆਂ ਜਾ ਸਕਦੀਆਂ ਜਾਂ ਗੱਲਾਂ ਸੁਣਾਈਆਂ ਜਾ ਸਕਦੀਆਂ, ਉਹ ਸਾਰਾ ਕੁਝ ਕਮਿਊਨੀਕੇਸ਼ਨ ਨਹੀਂ ਹੋਇਆ। ਸੋ ਉਸ ਨੁਕਸਾਨ ਨੂੰ ਤਾਂ ਆਪਾਂ ਕੁਆਂਟੀਫਾਈ ਨਹੀਂ ਕਰ ਸਕਦੇ, ਆਪਾਂ ਗਿਣ ਹੀ ਨਹੀਂ ਸਕਦੇ ਕਿ ਉਹਨੂੰ ਮਿੱਥ ਹੀ ਨਹੀਂ ਸਕਦੇ ਵੀ ਕਿੰਨਾ ਵੱਡਾ ਨੁਕਸਾਨ ਹੋ ਗਿਆ। ਕੋਈ ਆંકੜਾ ਨਹੀਂ ਬਣ ਸਕਦਾ। ਕੋਈ ਆંકੜਾ ਨਹੀਂ ਬਣ ਸਕਦਾ ਜੀ। ਦੂਸਰੀ ਗੱਲ ਆ ਜਾਂਦੀ ਆ ਕਿ ਉਹਨਾਂ ਨੇ ਜਿਹੜਾ ਇਹ ਹੈਗਾ ਇਹਦੇ ਵਿੱਚ ਕਿਸ ਤਰੀਕੇ ਨਾਲ ਜਿਵੇਂ ਵਿਧੀ ਵਿਧਾਨ ਉਹਨਾਂ ਨੇ ਨਹੀਂ ਮੰਨਿਆ ਹੈ। ਫਿਰ ਉਹਨਾਂ ਨੇ ਇਹਦੇ ਵਿੱਚ ਇੱਥੋਂ ਤੱਕ ਆਪਾਂ ਦੱਸਿਆ ਕਿ ਵੀ ਕਿਵੇਂ ਪੇਮੈਂਟਸ ਵੀ ਕੋਈ ਐ ਪੂਰੀਆਂ ਨਹੀਂ ਦਿੱਤੀਆਂ, ਜਿਹਦੇ ਵਿੱਚ ਪੇਮੈਂਟਸ ਵੀ ਉਣਤਾਈਆਂ ਹੈਗੀਆਂ ਹੈ। ਇਸ ਤੋਂ ਇਲਾਵਾ ਉਹਨਾਂ ਨੇ ਆਪ ਬੜੇ ਫਾਇਦੇ ਲਏ ਤੇ ਸਭ ਤੋਂ ਵੱਡੀ ਜਿਹੜਾ ਨੁਕਸਾਨ ਉਹਨਾਂ ਨੇ ਕੀਤਾ ਵਾ ਕਿ ਇਹ ਕਿਹਾ ਵੀ ਕਿ ਗੁਰਬਾਣੀ ਦੇ ਉੱਤੇ ਸਾਡੀ ਇਜਾਰੇਦਾਰੀ ਆ। ਇਜਾਰੇਦਾਰੀ ਤੇ ਬਾਅਦ ਚ ਰਵਿੰਦਰ ਨਾਰਾਇਣ ਕਹਿੰਦੇ ਵੀ ਸਾਡਾ ਐਬਸਲੂਟ ਤੇ ਐਕਸਕਲੂਸਿਵ ਰਾਈਟ ਆ। ਐਬਸਲੂਟ ਤੇ ਐਕਸਕਲੂਸਿਵ ਰਾਈਟ ਕਿਵੇਂ ਹੋ ਸਕਦਾ ਗੁਰਬਾਣੀ ਤੇ? ਗੁਰਬਾਣੀ ਹਾਲਾਂਕਿ ਹੁਣ ਉਹ ਜ਼ਰੂਰ ਡਿਨਾਈ ਕਰਦੇ ਪਏ ਇਹਨਾਂ ਚੀਜ਼ਾਂ ਨੂੰ, ਜੋ ਵੀਡੀਓ ਵਿੱਚ ਕਹਿ ਰਿਹਾ ਕਿ ਐਪ ਤੇ ਫ੍ਰੀ ਹੈ ਗੁਰਬਾਣੀ ਜੀ, ਅਸੀਂ ਆਪਣੇ ਨਾਟਕਾਂ ਦਾ ਤੇ ਪਿਕਚਰਾਂ ਦਾ ਜ਼ਰੂਰ ਅਸੀਂ ਉਸ ਤੇ ਚਾਰजेस ਲੈਂਦੇ ਹਾਂ। ਉਹ ਤਾਂ ਹੁਣ ਤਾਂ ਜੀ ਵੇਖੋ 2 ਸਾਲਾਂ ਦੇ ਵਿੱਚ ਦੀ ਆਪਸ਼ਨ ਲਿਖੀ ਆਂਦੀ ਹੈ ਉਸ ਤੇ, ਤੁਸੀਂ ਖੋਲ ਕੇ ਦੇਖੋ ਐਪ ਤੇ ਜਾ ਕੇ ਗੁਰਬਾਣੀ ਮੁਫਤ। ਹਾਂ, ਉਹ ਤਾਂ ਹੁਣ ਗੱਲਾਂ ਕਰਨ ਲੱਗ ਗਏ ਆ, ਪਰ ਪਹਿਲਾਂ ਉਹ ਬੜੇ ਹੀ ਆਏ ਅੱਗੋਂ ਜਦੋਂ ਉਹਨਾਂ ਨੂੰ ਪ੍ਰੈਸ਼ਰ ਪੈਣੇ ਸ਼ੁਰੂ ਹੋਏ ਲੋਕਾਂ ਜਿਵੇਂ ਸਾਡੇ ਵਰਗਿਆਂ ਨੇ ਰਿਪੋਰਟਸ ਦੀਆਂ। ਪਰ ਸਭ ਤੋਂ ਜ਼ਿਆਦਾ ਪ੍ਰੈਸ਼ਰ ਹੁਣ ਪਿਆ ਕਿਉਂਕਿ ਜੋ ਗਵਰਨਮੈਂਟ ਇੱਕ ਐਕਸ਼ਨ ਦੇ ਵਿੱਚ ਆ ਜੇ ਤਾਂ ਉਹਨਾਂ ਕੋਲੇ ਕੋਈ ਆਨਸਰ। ਅੱਛਾ, ਬੜੀ ਛਾਤੀ ਠੋਕ ਕੇ ਜਿਹੜੇ ਹੈਗੇ ਨੇ ਰਵਿੰਦਰ ਨਾਰਾਇਣ ਕਹਿ ਰਹੇ ਨੇ, ਉਹ ਬਾਕਾਇਦਾ ਡਾਕੂਮੈਂਟ ਦਿਖਾ ਰਹੇ ਨੇ, ਕਹਿੰਦੇ ਜੀ ਅਸੀਂ ਕਦੀ ਦਰਬਾਰ ਸਾਹਿਬ ਕੋਲੋਂ ਗੁਰਬਾਣੀ ਪ੍ਰਸਾਰਣ ਮੰਗਣ ਨਹੀਂ ਗਏ ਸੀਗੇ। ਜਗੀਰ ਕੌਰ ਨੇ ਸਾਨੂੰ ਚਿੱਠੀ ਲਿਖੀ ਸੀ ਕਿ ਪਹਿਲਾਂ ਚੱਲਦਾ ਸੀਗਾ, ਉਹ ਬੰਦ ਹੋ ਗਿਆ, ਹੌਸ਼-ਪੌਸ਼ ਹੋ ਗਿਆ, ਗੁਰਮਰਿਆਦਾ ਕਾਇਮ ਨਹੀਂ ਹੈ, ਤੁਸੀਂ ਚਲਾਓ। ਕਹਿੰਦੇ ਤਾਂ ਅਸੀਂ ਇਹਨੂੰ ਸ਼ੁਰੂ ਕੀਤਾ ਸੀਗਾ ਕਿ ਜਗੀਰ ਕੌਰ ਨੇ ਸਾਨੂੰ ਚਿੱਠੀ ਲਿਖੀ ਸੀ। ਦੇਖੋ ਆਏ ਆ ਕਿ ਇਹ ਸਾਰੇ 25 ਸਾਲ ਪਿਛਲਿਆਂ ਦਾ ਲਈਏ ਤਾਂ ਰਵਿੰਦਰ ਨਾਰਾਇਣ ਇੱਕ ਕੜੀ ਆ ਜਿਹੜੀ ਹਰੇਕ ਦੇ ਵਿੱਚ ਜੁੜਦੇ ਆ। ETC ਤੋਂ ਸ਼ੁਰੂ ਤੋਂ ਲੈ ਕੇ ETC ਤੋਂ ਵੀ ਪਹਿਲਾਂ ਤੋਂ ਜੁੜਦੇ ਆ। ਉਹ ਜੁੜਦੇ ਆ, ਉਹ ਕੀ ਕਰਦੇ ਰਹੇ, ਕਿਵੇਂ ਕਰਦੇ ਰਹੇ। ਜਿਹੜਾ ਬੰਦਾ 25 ਸਾਲ 'ਚ ਉੱਥੇ ਪਹੁੰਚਿਆ, ਇੱਕ ਆਮ ਐਜੂਕੇਸ਼ਨ ਵਾਲਾ ਬੰਦਾ ਅੱਜ 2 ਕਰੋੜ 2.5 ਕਰੋੜ ਤਨਖਾਹ ਲੈ ਰਿਹਾ ਹੈ, ਉਹ ਇੱਕੋ ਪ੍ਰੋਡਕਟ ਦੇ ਉੱਤੇ ਲੈ ਰਿਹਾ। ਉਹਨੂੰ ਮਤਲਬ ਜੇ ਉਹ ਐਕਚੁਅਲੀ ਕੇਪੇਬਲ ਹੁੰਦਾ ਤਾਂ ਉਹ ਕਿਸੇ ਨਾ ਕਿਸੇ 2 ਆਰਗੇਨਾਈਜੇਸ਼ਨਸ ਦੇ ਵਿੱਚ ਗਰੋ ਕਰਕੇ ਗਿਆ ਹੁੰਦਾ। ਅਨਐਥੀਕਲ ਆਦਮੀ ਆ, 2 ਆਰਗੇਨਾਈਜੇਸ਼ਨ 'ਚ ਇੱਕੋ ਟਾਈਮ ਤੇ ਕੰਮ ਕਰ ਰਿਹਾ, ਉਹ ਪੇਪਰਸ ਸ਼ੋ ਕਰ ਰਹੇ ਆ। ਮਤਲਬ ਉਹ ਬੰਦੇ ਦਾ ਕੀ ਉਹਦੀ ਜ਼ੁਬਾਨ ਆ, ਕੀ ਉਹਦਾ ਲੈਵਲ। ਉਹ ਕਹਿੰਦੇ ਅਸੀਂ ਕੁਝ ਲੈਂਦੇ ਨਹੀਂ, SGPC ਤੋਂ 2 ਕਰੋੜ ਸਾਲ ਦਾ ਦਿੰਦੇ ਆ ਅਸੀਂ SGPC ਨੂੰ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ। ਮੈਂ ਇੱਕ ਤੁਹਾਨੂੰ ਗੱਲ ਦੱਸਦਾ ਜੀ, ਕਾਰਪੋਰੇਟਸ ਦੇ ਵਿੱਚ ਨਾ 2-3 ਗੱਲਾਂ ਬਹੁਤ ਗਿਣੀਆਂ ਜਾਂਦੀਆਂ। ਇੱਕ ਦੋ ਉਸ ਬੰਦੇ ਦੀ ਕੋਈ ਵੈਲਿਊ ਨਹੀਂ ਗਿਣੀ ਜਾਂਦੀ ਜਾਂ ਉਹਦੀ ਕੋਈ ਜ਼ੁਬਾਨ ਨਹੀਂ ਗਿਣੀ ਜਾਂਦੀ ਜਿਹੜਾ ਇੱਕੋ ਟਾਈਮ ਤੇ 2 ਕੰਪੀਟਿੰਗ ਆਰਗੇਨਾਈਜੇਸ਼ਨਸ 'ਚ ਕੰਮ ਕਰ ਜਾਏ। ਮਤਲਬ ਜਿਵੇਂ ਹੁਣ ਤੁਸੀਂ ਇੱਕ ਚੈਨਲ 'ਚ ਹੈਗੇ ਹੋ, ਤੁਸੀਂ ਕਿਸੇ ਹੋਰ ਚੈਨਲ ਵਾਸਤੇ ਜਿਹੜਾ ਇਹਦੇ ਨਾਲ ਕੰਪੀਟ ਕਰ ਰਹੇ ਹੋ ਉਹਦੇ ਵਾਸਤੇ ਵੀ ਕੰਮ ਕਰ ਰਹੇ ਹੋ, ਪੈਰਲਲ ਕੰਮ ਕਰ ਰਹੇ ਹੋ, 2 ਥਾਵਾਂ ਹੈ। ਉਹ ਬਿਲਕੁਲ ਕਲੀਅਰ ਆ, ਮਤਲਬ ਮੈਂ ਵਿਖਾ ਸਕਦਾ ਕਿ ਉਹ 2 ਇੱਕੋ ਟਾਈਮ ਤੇ 2 'ਚ ਜਗਲ ਕਰ ਰਹੇ ਹੈਗੇ। ਫਿਰ ਉਹਦਾ ਰਿਜ਼ਾਈਨ ਦੇ ਰਿਹਾ, ਕਦੀ ਉਹਦੇ ਵਿੱਚ ਆ ਰਹੇ ਆ। ਦੂਸਰੀ ਗੱਲ, ਉਹ ਕਹਿੰਦੇ ਜੀ ਉਹ 62 ਬੰਦੇ ਸੀ ਜਦੋਂ ਕੱਢਿਆ ਗਿਆ ਸੀਗਾ, ਫਿਰ ਅਸੀਂ PTC ਸ਼ੁਰੂ ਕੀਤਾ ਸੀ, ਕਹਿੰਦੇ ਉਹਨਾਂ 'ਚ ਇੱਕ ਮੈਂ ਵੀ ਸੀ। ਗੱਲ ਮੈਂ ਤੁਹਾਨੂੰ ਆਦੀ ਐਗਜ਼ਾਮਪਲ ਦੇ ਦਿੰਦਾ। ਜ਼ੈਰੋਕਸ ਦੇ ਵਿੱਚ ਮੈਂ ਸੀਗਾ, ਨਵੀਂ ਫਿਊਜੀ ਕੰਪਨੀ ਆਈ, ਉਹਨਾਂ ਨੇ ਕਿਹਾ ਵੀ ਆ ਜਾਓ ਸਾਡੇ, ਹੈ ਨਾ। ਸਾਡੇ ਵਿੱਚੋਂ ਜਿਹੜਾ ਬੰਦਾ ਵੀ ਉਹ ਗਿਆ ਸੀ ਉਹਨੂੰ ਅਨਐਥੀਕਲ ਕਹਿੰਦੇ ਆ, ਬਿਕੋਜ਼ ਤੁਸੀਂ ਜੇ ਇੱਕ ਪ੍ਰੋਡਕਟ ਸੈਲ ਕਰ ਲਿਆ ਹੈ ਨਾ, ਇੱਕ ਪ੍ਰੋਡਕਟ ਦੇ ਵਿੱਚ ਆ ਗਏ ਤੁਹਾਡੀ ਉਹਦੇ ਨਾਲ ਇੱਕ ਵਫਾਦਾਰੀ ਹੁੰਦੀ। ਸੋ ਐਸੇ ਅਨਐਥੀਕਲ ਬੰਦਾ ਜੋ ਮਰਜ਼ੀ ਬੋਲੀ ਜਾਵੇ ਜੀ, ਮਤਲਬ ਆਈ ਵਿਲ ਨਾਟ ਟਰਸਟ। ਕੀ ਕਹਿ ਸਕਦੇ ਆ ਕਿ ਹੁਣ ਹਾਲੇ ਵੀ ਘਬਰਾ ਰਹੇ ਆ ਇਹ, ਆਪਾਂ ਕਹੀਏ ਵੀ PTC ਵਾਲੇ ਵੀ, ਜੇ ਗੁਰਬਾਣੀ ਪ੍ਰਸਾਰਣ ਸਾਡੇ ਕੋਲੋਂ ਚਲਾ ਗਿਆ ਪੱਲੇ ਕੱਖ ਨਹੀਂ ਰਹਿਣਾ ਇਹਨਾਂ ਦੇ? ਇੱਕ ਆਏ ਆ ਜੀ ਕਿ ਇਹਨਾਂ ਦਾ ਇਕੱਲਾ ਇਹ ਨਹੀਂਗਾ ਕਿ ਕੋਈ ਆਰਥਿਕ ਲਾਹਾ ਹੈ ਇਹਦੇ 'ਚ। ਆਰਥਿਕ ਲਾਹਾ ਵੀ ਹੁੰਦਾ, ਸਭ ਤੋਂ ਵੱਡਾ ਮੋਟਿਵ ਹੋਣਾ ਸ਼ਾਇਦ ਉਹ ਸਭ ਤੋਂ ਵੱਡਾ ਮੋਟਿਵ ਵੀ ਹੁੰਦਾ। ਬਟ ਉਹਦੇ ਇਲਾਵਾ ਵੇਖੋ ਇੱਕ ਪੋਲੀਟੀਕਲ ਲਾਹਾ ਵੀ ਲੈਂਦੇ ਆ ਅਕਾਲੀ ਦਲ, ਬਿਕੋਜ਼ ਉਹ ਘਰ ਦੇ ਵਿੱਚ ਪੂਰੀ ਐਂਟਰੀ ਮਿਲਦੀ ਹੈ, ਉਹ ਨਿਊਜ਼ ਜਿਸ ਤਰੀਕੇ ਦੀ ਮਰਜ਼ੀ ਸੁਣਾ ਸਕਦੇ ਆ। ਇੱਕ ਵਾਰੀ ਲਿੰਕ ਅਪ ਹੋ ਜਾਣੇ, ਹੁੱਕ ਅਪ ਹੋ ਜਾਂਦੇ ਤੁਸੀਂ ਉਸ ਚੈਨਲ ਨਾਲ, ਤਾਂ ਉਹ ਆਰਥਿਕ ਤੇ ਪੋਲੀਟੀਕਲ ਲਾਹਾ ਦੋਵੇਂ ਲੈ ਰਹੇ ਹੈਗੇ ਆ ਤੇ ਉਹਨਾਂ ਵਾਸਤੇ ਬਹੁਤ ਇੰਪੋਰਟੈਂਟ। ਸੈਕੰਡਲੀ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਅੱਜ ਤੋਂ 2 ਸਾਲ 3 ਸਾਲ ਪਹਿਲਾਂ ਜਾਂਦੇ, ਉਹ ਕਹਿੰਦੇ ਹੁੰਦੇ ਸੀ ਕਿ ਗੁਰਬਾਣੀ ਪ੍ਰਸਾਰਣ ਸਾਡੀ USP ਯੂਨੀਕ ਸੈਲਿੰਗ ਪ੍ਰੋਪੋਜੀਸ਼ਨ। ਹਾਲਾਂਕਿ ਇਹ ਜਿਹੇ ਵਰਡ ਵਰਤਣੇ ਨਹੀਂ ਚਾਹੀਦੇ ਗੁਰਬਾਣੀ ਵਾਸਤੇ, ਪਰ ਉਹਨਾਂ ਵਾਸਤੇ ਇੱਕ ਪ੍ਰੋਡਕਟ ਬਣਾ ਲਿਆ, ਜਿਵੇਂ ਆਪਣਾ ਕਿ ਸਾਡਾ ਸੀਰੀਅਲ ਹੈ, ਜਿਵੇਂ ਕੋਈ ਪਹਿਲਾਂ ਹੀ ਉਹ ਕਰਦੇ USP ਹੈ ਜੀ ਸਾਡਾ ਐਕਸਕਲੂਸਿਵ ਤੇ ਐਬਸਲੂਟ ਰਾਈਟਸ ਆ, ਰਾਗੀਆਂ ਨੂੰ ਸਿੰਗਰ ਕਹਿ ਰਹੇ ਆ, ਮਤਲਬ ਬੜਾ ਕੁਛ ਹੈ। ਉਹ ਇਹ ਗੱਲਾਂ ਤਾਂ ਬਹੁਤ ਹੀ ਹਾਸੋਹੀਣੀਆਂ ਕਹਿ ਲਓ, ਜਾਂ ਉਹਨਾਂ ਨੂੰ ਸਿੱਖ ਪਰੰਪਰਾ ਦੀ ਸਮਝ ਨਹੀਂ ਆ, ਉਹ ਸਿੱਖ ਮਤਲਬ ਇਸੇ ਕਰਕੇ ਅਸੀਂ ਕਹਿੰਦੇ ਨਾ ਆਪਦਾ ਚੈਨਲ ਹੋਣਾ ਚਾਹੀਦਾ ਵੀ ਜਿਹੜੇ ਕੋਈ ਬਾਹਰੋਂ ਆਉਂਦੇ ਆ ਉਹਨਾਂ ਨੂੰ ਪਤਾ ਹੀ ਕੁਛ ਨਹੀਂ ਕਿ ਸਿੱਖੀ ਹੈ ਕੀ ਆ, ਸਿਧਾਂਤ ਕੀ ਆ, ਉਹ ਕਾਰਪੋਰੇਟ ਟਰਮਸ ਯੂਜ਼ ਕਰਨਾ। ਬਰਾੜ ਸਾਹਿਬ, ਇਹ ਨਹੀਂ ਲੱਗਦਾ ਕਿ ਪ੍ਰਾਈਵੇਟ ਚੈਨਲ ਦਾ ਬਖੇੜਾ ਹੀ ਖਤਮ ਕਰੋ, ਸਰਕਾਰੀ ਜਲੰਧਰ ਦੂਰਦਰਸ਼ਨ ਨੂੰ ਰਾਈਟਸ ਦੇ ਦਿਓ, ਸਰਕਾਰ ਚਲਾਵੇ? ਨਹੀਂ, ਸਰਕਾਰੀ ਦੂਰਦਰਸ਼ਨ ਨੂੰ ਤਾਂ ਬਿਲਕੁਲ ਨਹੀਂ ਹੋਣਾ ਚਾਹੀਦਾ, ਨਾ ਕਿਸੇ ਹੋਰ ਹੋਣਾ ਚਾਹੀਦਾ। ਈਵਨ SGPC ਜਿੰਨੀ ਮਤਲਬ ਹੁਣ ਆਟੋਨਮਸ ਬੋਡੀ ਵੈਸੀ ਹੋਣੀ ਚਾਹੀਦੀ ਹੈ, ਬਟ ਚਲੋ ਜੇ ਉਹ ਤਾਂ ਅਸੀਂ ਐਕਟ ਨਾਲ ਵੱਜ ਗਏ ਆ, ਉਹ ਹੋਣਾ ਤਾਂ ਉਹ ਵੀ ਨਹੀਂ ਚਾਹੀਦਾ ਸੀ। ਇਹ ਤੁਹਾਨੂੰ ਕਿਉਂ ਨਹੀਂ ਸਹੀ ਲੱਗਦਾ ਜੇ ਸਰਕਾਰ ਨੂੰ ਦੇ ਦਿੱਤਾ ਜਾਵੇ, IB ਮਿਨਿਸਟਰੀ ਨੂੰ ਦੇ ਦਿੱਤਾ ਜਾਵੇ, ਉਹ ਟੈਲੀਕਾਸਟ ਕਰਨ? ਨਹੀਂ, ਉਹ ਤਾਂ ਮੇਰਾ ਖਿਆਲ ਸਿੱਧਾ ਹੀ ਗਵਰਨਮੈਂਟ ਇੰਟਰਫੇਰੈਂਸ, ਐਂਡ ਫॉर ਵਾਟ, ਕਿਉਂ ਦਿੱਤਾ ਜਾਵੇ ਉਹਨਾਂ ਨੂੰ, ਹੈ ਨਾ। ਤੇ ਉਹ ਵੀ ਉਹਦੀਆਂ ਆਪਦੀਆਂ ਨਵੀਆਂ ਏਲਸ ਸ਼ੁਰੂ ਹੋ ਜਾਣਗੀਆਂ। ਇਹਦਾ ਇੱਕੋ ਹੀ ਹੈ, ਨਾਲੇ ਇਹ ਕੋਈ ਐਡੀ ਵੱਡੀ ਗੱਲ ਨਹੀਂ ਰਹੀ ਅੱਜ ਦੀ ਡੇਟ 'ਚ, ਸੈਟਲਾਈਟ ਟੈਲੀਕਾਸਟ ਕੋਈ ਵੱਡੀ ਗੱਲ ਨਹੀਂ। ਰਾਦਰ
ਅਗਲੇ ਆਉਣ ਵਾਲੇ ਤੁਸੀਂ 2-2.5 ਸਾਲਾਂ ਬਾਅਦ ਵੇਖੋਗੇ ਸੈਟੇਲਾਈਟ ਟੈਲੀਵਿਜ਼ਨ ਵੇਖਣ ਵਾਲੇ ਬੰਦੇ ਨਹੀਂ ਇੱਥੇ ਆਉਣੇ ਤੁਹਾਨੂੰ। ਪੁਰਾਣੀ ਹੋ ਜਾਏਗੀ ਚੀਜ਼, ਬਹੁਤ ਤੇਜ਼ੀ ਨਾਲ ਵਕਤ ਜਾ ਰਿਹਾ ਉਹਦਾ। ਹਾਂ ਸ਼ੇਅਰ ਡ੍ਰੌਪ ਹੁੰਦਾ ਜਾ ਰਿਹਾ, ਉਹ ਖਤਮ ਹੁੰਦੀ ਜਾ ਰਹੀ ਆ ਤੇ ਉਹ ਕੋਈ ਵੈਲਿਊ ਨਹੀਂ ਰੱਖੂਗੀ। ਤੇ ਉਸ ਤਰੀਕੇ ਨਾਲ ਵੇਖੀਏ ਤਾਂ ਜਦੋਂ ਡਿਜੀਟਲ ਦੇ ਉੱਤੇ ਅਵੇਲੇਬਲ ਕਰੋ, ਲੋਕਾਂ 'ਚ ਅਵੇਲੇਬਲ ਕਰਾਓ, ਉਹਦੇ 'ਚ ਤਾਂ ਕੋਈ ਵੱਡਾ ਖਰਚਾ ਵੀ ਹੈ ਨਹੀਂ। ਉਹ ਤਾਂ ਤੁਸੀਂ ਸਮਝਦੇ ਹੋ ਕਿੰਨਾ ਖਰਚਾ ਹੋਊਗਾ, ਇਕਵਿਪਮੈਂਟ ਚੰਗੇ ਤੋਂ ਚੰਗਾ ਵੀ ਲੈ ਲਓਗੇ, ਕਿੰਨਾ ਕੁ ਚੰਗਾ ਰਹਿ ਵਨ ਟਾਈਮ ਇਨਵੈਸਟਮੈਂਟ ਨਾਲ ਇੱਕ ਵਾਰ ਵਨ ਟਾਈਮ ਇਨਵੈਸਟਮੈਂਟ ਆ। ਉਸ ਤੋਂ ਬਾਅਦ ਕਿਸੇ ਵੀ ਫੇਸਬੁੱਕਸ ਤੇ ਇੰਸਟਾਗ੍ਰਾਮਸ ਤੇ ਤੁਸੀਂ ਕਿਸੇ ਤੇ ਵੀ SGPC ਦਾ ਆਪਦੇ ਪੇਜਸ ਹੋਣ ਉਹਦੇ ਤੇ ਅਵੇਲੇਬਲ। ਤ੍ਰਿਪਤਜਿੰਦਰ ਬਾਜਵਾਣਾ ਨੇ ਵੀ ਆਪਣੀ ਸਰਕਾਰ ਵੇਲੇ ਮਤਾ ਲਿਆਂਦਾ ਸੀਗਾ, ਖੈਰ ਉਸ ਤੇ ਕੁਝ ਹੋਇਆ ਨਹੀਂ, ਤੇ ਹੁਣ ਮਾਨ ਸਰਕਾਰ ਨੇ ਵੀ ਲਿਆਂਦਾ। ਸਿਆਸਤ ਇਸ ਤੇ ਕਿੰਨੀ ਕੁ ਭਾਰੀ ਰਹੀ ਹੈ ਸਮੇਂ-ਸਮੇਂ ਦੀ ਸਰਕਾਰਾਂ ਦੀ? ਦੇਖੋ ਜਿਹੜੇ ਸਿਆਸਤ ਕਰਨ ਵਾਲੇ ਲੋਕ ਆ ਉਹ ਦੋ ਗੱਲਾਂ ਸਮਝਦੇ। ਇੱਕ ਤਾਂ ਇਹ ਹੈ ਕਿ ਲੋਕਾਂ ਨੂੰ ਵੀ ਇਸ ਸਿੱਖਾਂ ਦੇ ਮਨਾਂ 'ਚ ਇਹ ਸੀਗਾ ਕਿ ਇੱਕੋ ਇਜਾਰੇਦਾਰੀ ਹੈਗੀ, ਠੀਕ ਹੈ। ਅੱਜ ਤੋਂ ਹੁਣ ਜਦੋਂ ਤਾਂ YouTube ਚਲੋ ਆਏ ਆ ਜਾਂ ਸੋਸ਼ਲ ਮੀਡੀਆ ਪਲੇਟਫਾਰਮਸ ਆਏ ਤਾਂ ਥੋੜ੍ਹਾ ਜਿਹਾ ਫਰਕ ਪਿਆ, ਪਰ ਉਦੋਂ ਪਹਿਲਾਂ ਇਹ ਵੀ ਸੀਗਾ ਕਿ ਵੀ ਇੱਕੋ ਚੈਨਲ 'ਤੇ ਸਾਨੂੰ ਵੇਖਣਾ ਪੈਂਦਾ, ਪੈਸੇ ਦੇਣੇ ਪੈਂਦੇ। ਉਦੋਂ ਪੈਸਾ ਦੇਣਾ ਵੀ ਮੁਸ਼ਕਿਲ ਸੀਗਾ, ਜਦੋਂ DD ਡਾਇਰੈਕਟ 'ਤੇ ਉਹ ਨਹੀਂ ਦਿੰਦੇ ਸੀਗੇ ਤੇ ਸਿਰਫ ਤੁਹਾਨੂੰ ਫਾਸਟ ਵੇ ਵਰਗਿਆਂ 'ਤੇ ਇੱਕ ਅੱਧੇ 'ਤੇ ਹੀ ਮਿਲਦਾ ਸੀ, ਉਹ ਹੀ ਲਵਾਉਣਾ ਪੈਂਦਾ ਸੀ ਤੁਹਾਨੂੰ। ਤੇ ਇਸ ਤਰੀਕੇ ਦਾ ਉਹਨਾਂ ਨੇ ਗਲਬਾ ਪਾਇਆ ਹੋਇਆ ਸੀਗਾ ਤੇ ਉਹ ਫੀਲਿੰਗ ਕਿਤੇ ਹਰਟ ਹੈ ਸਿੱਖਾਂ ਦੀ, ਜਿਹੜੀ ਗੱਲ ਨੂੰ ਕਾਂਗਰਸ ਵੀ ਸਮਝਦੀ ਸੀਗੀ ਤੇ ਮਾਨ ਸਾਹਿਬ ਨੇ ਵੀ ਸਮਝਿਆ ਤੇ ਉਹਨਾਂ ਨੇ ਇਹ ਐਕਸ਼ਨ ਕੀਤਾ। ਹਾਲਾਂਕਿ ਇਹ ਮੈਂ ਇਹਨੂੰ ਬੁਨਿਆਦੀ ਤੌਰ ਤੇ ਸਿੱਖਾਂ ਵਾਸਤੇ ਨੁਕਸਾਨਦੇਹ ਸਮਝਦਾ ਲੌਂਗ ਟਰਮ, ਕਿ ਵੀ ਤੁਹਾਡੀ ਸੰਸਥਾ ਦੇ ਵਿੱਚ ਘਾਣ ਲੱਗ ਇੱਕ ਸੇਨ ਲਾਤੀ ਕਿਸੇ ਬਾਹਰ ਵਾਲੇ ਨੇ। ਬਟ ਉਹ ਇੱਕ ਤਾਂ ਉਹ ਭਾਵਨਾਵਾਂ ਕਰਕੇ ਕਿ ਇਹ ਰਾਜਨੀਤਿਕ ਸਟੰਟ ਕਹਿ ਲਓ, ਇਹ ਸਿਰੇ ਲੱਗੇ ਨਾ ਲੱਗੇ, ਇੱਕ ਰਾਜਨੀਤਿਕ ਸਟੰਟ ਆ ਉਹਨਾਂ ਦਾ, ਕੋਈ ਉਹਨਾਂ ਦੀ ਸਿੱਖੀ ਕਰਕੇ ਨਹੀਂ ਉਹਨਾਂ ਨੇ ਕੀਤਾ। ਦੂਸਰੀ ਵੱਡੀ ਗੱਲ ਆ ਕਿ ਵੀ ਇਹ ਆਪਣਾ ਜਿਹੜਾ PTC ਆ ਇਹ ਬਹੁਤ ਸਟਰੋਂਗ ਵਾਹੀਕਲ ਹੈਗਾ, ਪੋਲੀਟੀਕਲ ਵਾਹੀਕਲ ਆ ਸੁਖਬੀਰ ਸਿੰਘ ਬਾਦਲ ਦਾ ਜਾਂ ਉਹਨਾਂ ਦੇ ਪਰਿਵਾਰ ਦਾ, ਤਾਂ ਉਹਨੂੰ ਵੀ ਇੱਕ ਝਟਕਾ ਵੱਜਦਾ ਹੈ। ਜੇ ਉਹਦੇ 'ਚੋਂ ਗੁਰਬਾਣੀ ਨਿਕਲ ਜਾਂਦੀ ਹੈ ਤੇ ਉਹ ਵਾਇਬਲ ਨਹੀਂ ਰਹਿੰਦਾ ਤਾਂ ਉਹਨੂੰ ਚਲਾਉਣਾ ਬਹੁਤ ਔਖਾ। ਜੇ ਵੈਸੇ ਵੀ ਤੁਸੀਂ ਉਹਦਾ ਕੰਟੈਂਟ ਵੇਖੋ ਤਾਂ ਰਾਜ ਟੈਕਨੋਲੋਜੀ ਡੋਮੀਨੇਟਡ ਕੰਟੈਂਟ ਹੁੰਦਾ, ਵੈਸੇ ਉਹਨੇ ਖਿੱਚ ਪਾਉਂਦਾ ਕਿਸੇ ਨੂੰ। ਤਾਂ ਟੈਕਨੋਲੋਜੀ ਬੇਸਿਸ ਤੇ ਉਹ ਕਿਉਂਕਿ ਇਨਵੈਸਟ ਕਰਦੇ ਆ ਟੈਕਨੋਲੋਜੀ ਤੇ ਜਾਂ ਪਲੇਟਫਾਰਮਸ ਤੇ, ਤਾਂ ਉਹਦੇ ਬੇਸਿਸ ਤੇ ਚੱਲ ਰਹੇ ਆ। ਅਦਰਵਾਈਜ਼ ਕੋਈ ਆਪਾਂ ਕਹੀਏ ਕਿ ਉਹਨਾਂ ਨੇ ਕੋਈ ਥਾਟ ਦੇ ਲੈਵਲ ਤੇ ਕੰਮ ਕੀਤਾ ਹੋਵੇ ਸਿੱਖਾਂ ਦੇ, ਜਾਂ ਕੁਝ ਇੰਸਪੀਰੇਸ਼ਨਲ ਸੀਰੀਅਲ ਹੋਣ, ਕੁਝ ਹੋਵੇ ਇੰਸਪੀਰੇਸ਼ਨਲ ਸੀਰੀਅਲਸ ਕ੍ਰੀਏਟ ਕਰਤੇ ਹੋਣ, ਕੋਈ ਥਾਟ ਦੇ ਬੇਸਿਸ ਤੇ ਕੰਮ ਕੀਤਾ ਹੋਵੇ, ਕੋਈ ਲੈਕਚਰਸ ਸੈਮੀਨਾਰਸ ਦੇ ਬੇਸਿਸ ਤੇ ਕੰਮ ਕੀਤਾ ਹੋਵੇ, ਜਾਂ ਕੁਝ ਨਹੀਂਗਾ ਉਹਦੇ ਵਿੱਚ। ਬਿਲਕੁਲ ਬੜੇ ਲੋਕ ਇਹ ਇਲਜ਼ਾਮ ਲਾ ਰਹੇ ਨੇ PTC ਤੇ ਕਿ PTC ਕਰੋੜਾਂ ਰੁਪਏ SGPC ਤੋਂ ਵਸੂਲਦਾ ਹੈ ਗੁਰਬਾਣੀ ਚਲਾਉਣ ਦਾ, ਜਾਂ ਉਹਨਾਂ ਦੇ ਕੋਈ ਸਮਾਗਮ ਦਿਖਾਉਣ ਦਾ, ਜਾਂ ਉਹਨਾਂ ਦੀ ਮਸ਼ਹੂਰੀ ਦਿਖਾਉਣ ਦਾ। 1998 1 ਨਵੰਬਰ ਤੋਂ ਲੈ ਕੇ ਅੱਜ ਤੱਕ SGPC ਨੇ ਕਦੇ 1 ਰੁਪਇਆ ਨਹੀਂ ਖਰਚਿਆ ਗੁਰਬਾਣੀ ਦਿਖਾਉਣ ਦਾ, ਨਾ ਕਿਸੇ ਚੈਨਲ ਨੂੰ ਦਿੱਤਾ, ਨਾ ਕਿਸੇ ਵਿਅਕਤੀ ਵਿਸ਼ੇਸ਼ ਨੂੰ ਦਿੱਤਾ, ਨਾ ਕਦੇ ਕੋਈ ਪੇਮੈਂਟ ਕੀਤੀ ਹੈ PTC ਨੂੰ ਅੱਜ ਤੱਕ ਇੰਨੇ ਸਾਲਾਂ 'ਚ ਕਿਸੇ ਵੀ ਉਹਨਾਂ ਦੀ ਐਕਟੀਵਿਟੀ ਨੂੰ ਟੈਲੀਕਾਸਟ ਕਰਨ ਦੀ। ਇਹ ਮੈਂ ਤੁਹਾਨੂੰ ਪ੍ਰੂਫ ਦਿਖਾਵਾਂ। ਇਹ SGPC ਨੂੰ ਆਪਾਂ ਭੇਜਿਆ ਸੀ 550 ਸਾਲਾ ਸਮਾਗਮ ਦਾ ਲਾਈਵ ਟੈਲੀਕਾਸਟ 24 ਘੰਟੇ ਜਿਹੜਾ ਚੱਲਦਾ ਸੀ 3 ਦਿਨ, 93 ਲੱਖ ਦਾ ਬਿੱਲ ਸੀ। ਆਪਾਂ ਕਿਹਾ ਆਪਾਂ ਕੋਈ ਮਾਇਆ ਨਹੀਂ ਲੈਣੀ, ਇਹ ਧੰਨਵਾਦ ਲੈਟਰ ਨੇ ਉਹਨਾਂ ਦੇ। ਇਹ ਢੇਰ ਹੈ ਸਾਡੇ ਕੋਲ ਜਿਹੜੇ ਆਪਾਂ ਸਮਾਗਮ ਕਵਰ ਕਰਦੇ ਹਾਂ, ਉਹਨਾਂ ਦਾ ਹਫਤਾਵਾਰ ਇੱਕ ਸਲੋਟ 에ਅਰ ਕਰਦੇ ਹਾਂ ਜਿਹਦੇ ਵਿੱਚ SGPC ਦੀ ਗਤੀਵਿਧੀਆਂ ਦਿਖਾਈ ਜਾਂਦੀਆਂ। ਸੋ ਇਸ ਰਿਪੋਰਟ ਤੇ ਸ਼ੁਰੂ ਹੋਇਆ ਵਿਵਾਦ ਕਿਤੇ ਨਾ ਕਿਤੇ ਹੁਣ ਅੱਗੇ ਵੱਧਦਾ ਜਾ ਰਿਹਾ। ਸਮੇਂ-ਸਮੇਂ ਤੇ ਸਿਆਸਤ ਵੀ ਹੋਈ ਹੈ। ਰਿਪੋਰਟ ਬਣਾਉਣ ਵਾਲੇ ਅਜੇਪਾਲ ਸਿੰਘ ਬਰਾਨੋਲਾ ਦਾ ਕਹਿਣਾ ਕਿਤੇ ਨਾ ਕਿਤੇ ਸਰਕਾਰਾਂ ਨੇ ਵੀ ਜਾਂ ਰਾਜਨੀਤਿਕ ਦਲਾਂ ਨੇ ਸਿਆਸਤ ਹੀ ਕੀਤੀ ਹੈ ਤੇ ਉਹ ਜੀ ਨੈਕਸਟ ਮੀਡੀਆ ਕੰਪਨੀ ਨੂੰ ਵੀ ਕਿਤੇ ਨਾ ਕਿਤੇ ਆਪਣਾ ਇਹ ਜਿਹੜਾ ਆਪਾਂ ਕਹੀਏ ਪੈਰ ਹਿਲਦੇ ਨਜ਼ਰ ਆਉਂਦੇ ਨੇ ਜੇਕਰ ਗੁਰਬਾਣੀ ਪ੍ਰਸਾਰਣ ਉਹਨਾਂ ਕੋਲ ਨਹੀਂ ਰਹਿੰਦਾ। ਸਰਕਾਰੀ ਜਲੰਧਰ ਦੂਰਦਰਸ਼ਨ ਕੋਲ ਵੀ ਨਹੀਂ ਜਾਣਾ ਚਾਹੀਦਾ, ਪਰ ਸਾਲ ਦਾ 1200 ਕਰੋੜ ਰੁਪਏ ਦਾ ਆਪਣਾ ਬਜਟ ਰੱਖਣ ਵਾਲੀ, ਫੰਡ ਰੱਖਣ ਵਾਲੀ SGPC ਜੇ 20 ਸਾਲ ਤੋਂ ਇਹ ਕਹਿ ਰਹੀ ਅਸੀਂ ਚਲਾਵਾਂਗੇ ਔਰ ਜੇ ਸਾਲ ਦਾ 2 ਕਰੋੜ ਰੁਪਏ ਖਰਚ ਕੇ ਨੂੰ ਚਲਾ ਵੀ ਨਹੀਂ ਸਕਦੇ, ਤਾਂ ਕਿਤੇ ਨਾ ਕਿਤੇ SGPC ਦੀ ਵੀ ਕੋਈ ਮਜਬੂਰੀ ਝਲਕਦੀ ਹੈ। ਵਿਜੇ ਸ਼ੋਕ ਦੇ ਨਾਲ ਬਲਜੀਤ ਪ੍ਰਵਾਹਾ, ਚੰਡੀਗੜ੍ਹ।